खड़ी गड्डियां नूं अग लग जाती है। खड़ी गड्डी नूं अग लगण दा कारण की है? खड़ी गड्डी ਨੂੰ ਅੱਗ ਲੱਗਣ ਦਾ ਕਾਰਨ ਹੈਗਾ ਕਿ ਮੋਡੀਫਿਕੇਸ਼ਨ। ਅਸੀਂ ਫਿਊਲ ਚੇਂਜ ਕਰ ਲੈਂਦੇ ਹਾਂ, ਜਿਹਦੇ ਵਜ੍ਹਾ ਨਾਲ ਐਕਸਟਰਾ ਲੋਡ ਪੜਨ ਤੇ ਗੱਡੀ ਸੜ ਜਾਂਦੀ ਹੈ ਜਾਂ ਸਪਾਰਕਿੰਗ ਹੋ ਕੇ ਅੱਗ ਲੱਗਦੀ ਹੈ ਜਾਂ ਫਿਊਲ ਲੀਕੇਜ ਦੀ ਵਜ੍ਹਾ ਨਾਲ ਅੱਗ ਲੱਗਦੀ ਹੈ ਗੱਡੀ। ਕਿਸੇ ਵੀ ਗੱਡੀ ਦੇ ਇੰਜਨ ਦੇ ਕੰਪੋਨੈਂਟਸ ਨਾਲ ਜਿਹੜੀਆਂ ਵਾਇਰਿੰਗ ਹਾਰਨੈਸ ਜਾਂਦੀਆਂ ਹੋਣ, ਉਹ ਓਵਰਹੀਟ ਹੁੰਦੀਆਂ ਹੋਣ, ਕਿਸੇ ਇਹੋ ਜਿਹੇ ਕੰਪੋਨੈਂਟ ਨਾਲ ਟੱਚ ਹੋ ਕੇ ਉਹ ਹਾਦਸੇ ਦਾ ਸ਼ਿਕਾਰ ਬਣ ਸਕਦੇ। ਮਤਲਬ ਕਈ ਵਾਰੀ ਜਿਵੇਂ ਮਿਊਜ਼ਿਕ ਸਿਸਟਮ ਚੇਂਜ ਕਰ ਲੈਂਦੇ ਆ ਜਾਂ ਕੁਝ ਇਲੈਕਟ੍ਰੀਕਲੀ ਉਹ ਚੇਂਜ ਕਰ ਲੈਂਦੇ ਆ, ਜਿਹਦੇ ਨਾਲ ਵਾਇਰਿੰਗ ਤੇ ਬੜਾ ਇੰਪੈਕਟ ਪੈਂਦਾ ਹੈ। ਜਿਹੜੀ ਗੱਡੀ ਜਿਸ ਕੰਮ ਲਈ ਬਣਾਈ ਜਾ ਰਹੀ ਉਹਦਾ ਉਪਯੋਗ ਨਹੀਂ ਹੋ ਰਿਹਾ, ਚੇਂਜ ਕਰ ਦਿੰਦੇ ਹੋ ਤਾਂ ਤੁਸੀਂ ਆਪਣੀ ਜਾਨ ਨੂੰ ਖਤਰਾ ਬੁਲਾਵਾ ਦੇ ਰਹੇ ਹੋ। ਕਿਹੜੀਆਂ ਚੀਜ਼ਾਂ ਗੱਡੀ ਦੇ ਵਿੱਚ ਮੌਜੂਦ ਹੋਣੀਆਂ ਚਾਹੀਦੀਆਂ ਕਿ ਜੇਕਰ ਅੱਗ ਲੱਗ ਵੀ ਜਾਏ ਤਾਂ ਬਚਾਅ ਕਿਸ ਤਰ੍ਹਾਂ ਹੋ ਸਕਦਾ? ਕੀ ਰਿੰਗਸ ਬੜੇ ਵਧੀਆ ਆਉਂਦੇ ਅੱਜ ਕੱਲ੍ਹ, ਉਹਨੂੰ ਕਹਿੰਦੇ ਮਲਟੀਪਰਪਸ ਕੀ ਰਿੰਗਸ। ਉਹਦੇ ਵਿੱਚ ਹੀ ਪਲਾਇਰ ਹੁੰਦਾ, ਉਹਦੇ ਵਿੱਚ ਹੀ ਸੀਜ਼ਰ ਹੁੰਦੀ ਹੈ, ਵਿੱਚ ਹੀ ਕਟਰ ਹੁੰਦਾ। ਤੁਸੀਂ ਆਪਣੀ ਗੱਡੀ ਦੇ ਵਿੱਚ ਰੱਖ ਸਕਦੇ ਹੋ। ਕੋਈ ਗੱਡੀ 'ਚ ਫਸ ਜਾਂਦਾ ਹੈ ਤਾਂ ਉਹਦਾ ਇਹ ਕਹਿਣਾ ਹੈ ਕਿ ਗੱਡੀ ਦੇ ਲੌਕ ਨਹੀਂ ਖੁੱਲਦੇ ਹੁੰਦੇ, ਸੈਂਟਰ ਲੌਕਿੰਗ ਹੋ ਜਾਂਦੀ ਹੈ, ਗੱਡੀ ਦਾ ਲੌਕ ਖੋਲ੍ਹਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ, ਖੁੱਲ੍ਹਦਾ ਹੀ ਨਹੀਂ ਹੈਗਾ। ਇਹਦਾ ਕੀ ਕਾਰਨ ਹੈ? ਜਿਵੇਂ ਤੁਸੀਂ ਕਿਸੇ ਨੂੰ ਹਿੱਟ ਕੀਤਾ, ਪੁਆਇੰਟ ਤੇ ਹਿੱਟ ਹੋਇਆ ਜਿੱਥੇ ਉਹ ਡੋਰ ਦੀ ਵਾਇਰਿੰਗ ਜਾਂਦੀ ਹੈ ਪ੍ਰੋਪਰਲੀ, ਉਹ ਵਾਇਰਿੰਗ ਡੈਮੇਜ ਹੋ ਗਈ। ਇਲੈਕਟ੍ਰਿਕ ਵਹੀਕਲਸ ਆਉਂਦੀਆਂ ਜਿਹੜੀਆਂ ਲੀਥੀਅਮ ਫਾਸਫੇਟ ਵਹੀਕਲ ਯੂਜ਼ ਕਰਨ ਲੱਗ ਗਏ ਬੈਟਰੀਜ਼, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਲਓ ਉਹ 에ਅਰ ਨਾਲ ਕੰਟੈਕਟ ਜੇ ਕਰੂਗਾ, ਲੀਥੀਅਮ ਆਇਨ ਬੈਟਰੀਜ਼ ਦੀ ਗੱਲ ਕਰ ਰਹੇ ਹਾਂ ਆਪਾਂ, ਤਾਂ ਉਹ ਸ਼ਾਰਟ ਸਰਕਟ ਹੋ ਕੇ ਜਾਂ ਉਹਦਾ ਟੈਂਪਰੇਚਰ ਵੱਧ ਕੇ ਉਹ ਬੜੀ ਹੀ ਜਲਦੀ ਹੀਟ ਹੋ ਕੇ ਫਲੇਮ ਹੋ ਸਕਦੀਆਂ, ਅੱਗ ਲੱਗ ਸਕਦੀਆਂ, ਬਹੁਤ ਵੱਡਾ ਧਮਾਕਾ ਵੀ ਹੋ ਸਕਦਾ। ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਤੇ ਤੁਸੀਂ ਸੀਟ ਬੈਲਟ ਲਗਾਈ ਹੋਈ ਆ, ਤੁਹਾਡੇ 에ਅਰ ਬੈਗਸ ਡਿਪਲੋਏ ਹੋ ਗਏ, ਪਰ 에ਅਰ ਬੈਗਸ ਡਿਪਲੋਏ ਹੋਣ ਤੋਂ ਬਾਅਦ ਤੁਹਾਡਾ ਜਿਹੜਾ ਬਕਲ ਆ ਸੀਟ ਬੈਲਟ ਦਾ ਉਹ ਨਹੀਂ ਖੁੱਲ ਰਿਹਾ। ਉਸ ਮੌਕੇ 'ਤੇ ਤੁਸੀਂ ਮਲਟੀਪਰਪਸ ਟੂਲ ਯੂਜ਼ ਕਰਕੇ ਪਲਾਇਰ ਜਾਂ ਸੀਜ਼ਰ ਨਾਲ ਤੁਸੀਂ ਬਾਹਰ ਨਿਕਲ ਸਕਦੇ ਹੋ। ਤੁਸੀਂ ਗੱਡੀ ਮੋਡੀਫਾਈ ਕਰਾ ਰਹੇ ਹੋ ਤਾਂ ਵੀ ਨੁਕਸਾਨ ਹੈ, ਤੁਸੀਂ ਕੁਝ ਪੈਸੇ ਬਚਾਉਣ ਲਈ ਕੋਈ ਲੋਕਲ ਰਿਪੇਅਰ ਸ਼ਾਪ ਤੇ ਜਾ ਰਹੇ ਹੋ ਤਾਂ ਵੀ ਨੁਕਸਾਨ ਹੈ। ਪੈਸੇ ਜੇ ਬਚਾਉਣ ਦੀ ਕੋਸ਼ਿਸ਼ ਕਰੋਗੇ 20-25 ਹਜ਼ਾਰ ਬਚਾ ਲੋਗੇ ਤਾਂ ਲੱਖਾਂ ਦਾ ਨੁਕਸਾਨ ਹੋ ਸਕਦਾ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸਨੂਰ ਤਵਨ। ਅਕਸਰ ਹੁਣ ਅਜਿਹੇ ਕਿੱਸੇ ਸਾਹਮਣੇ ਆ ਰਹੇ ਨੇ ਜਿੱਥੇ ਖੜੀ ਗੱਡੀ ਨੂੰ ਅੱਗ ਲੱਗ ਜਾਂਦੀ ਹੈ, ਚਲਦੀ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਔਰ ਹਾਲਤ ਕਈ ਵਾਰ ਇੰਨੀ ਜ਼ਿਆਦਾ ਖਰਾਬ ਹੋ ਜਾਂਦੀ ਹੈ, ਅੱਗ ਇੰਨੀ ਭਿਆਨਕ ਲੱਗ ਜਾਂਦੀ ਹੈ ਕਿ ਗੱਡੀ 'ਚ ਸਵਾਰ ਜੋ ਲੋਕ ਹੁੰਦੇ ਨੇ ਉਹ ਜ਼ਿੰਦਾ ਸੜ ਜਾਂਦੇ ਨੇ। ਗੱਡੀ ਨੂੰ ਖੋਲ੍ਹ ਕੇ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਨਹੀਂ ਹੋ ਪਾਉਂਦੇ, ਜਾਨਾਂ ਨਹੀਂ ਬਚ ਪਾਉਂਦੀਆਂ ਔਰ ਕਈ ਲੋਕਾਂ ਨੇ ਇਸ ਹਾਦਸਿਆਂ ਦੇ ਵਿੱਚ ਆਪਣੀ ਜਾਨ ਗਵਾ ਲਈ। ਔਰ ਅਕਸਰ ਇੱਦਾਂ ਦੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਅੱਗ ਇੰਨੀ ਭਿਆਨਕ ਲੱਗਦੀ ਹੈ ਕਿ ਲੋਕਾਂ ਦੀਆਂ ਲਾਸ਼ਾਂ ਗੱਡੀ ਦੀ ਸੀਟਾਂ ਦੇ ਨਾਲ ਚਿਪਕੀਆਂ ਰਹਿ ਜਾਂਦੀਆਂ ਨੇ। ਕਿ ਕੀ ਕਾਰਨਾਂ ਕਰਕੇ ਅੱਗ ਲੱਗਦੀ ਹੈ, ਕਿਸ ਤਰ੍ਹਾਂ ਇਸ ਦਾ ਬਚਾਅ ਹੋ ਸਕਦਾ ਹੈ, ਕਿਹੜੀ ਚੀਜ਼ਾਂ ਤੁਸੀਂ ਆਪਣੇ ਦਿਮਾਗ ਵਿੱਚ ਰੱਖੋ ਤਾਂ ਕਿ ਤੁਹਾਡੀ ਗੱਡੀ ਨੂੰ ਅੱਗ ਨਾ ਲੱਗੇ, ਕਿਸ ਤਰ੍ਹਾਂ ਬਚਾਅ ਹੋ ਸਕਦਾ ਹੈ, ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ। ਸਾਡੇ ਨਾਲ ਰਣਵੀਰ ਸਿੰਘ ਜੀ ਇਸ ਵਕਤ ਮੌਜੂਦ ਨੇ ਜੋ ਜਾਣਕਾਰੀ ਸਾਂਝੀ ਕਰਨਗੇ। ਡੇਲੀ ਪੋਸਟ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਸੋ ਇਹਦੇ ਵਿੱਚ ਜਿਵੇਂ ਮੈਡਮ ਨੇ ਤੁਹਾਨੂੰ ਦੱਸਿਆ ਕਿ ਅੱਜ ਕੱਲ੍ਹ ਇਹ ਹਾਦਸੇ ਹੋ ਰਹੇ ਨੇ, ਜਿਹੜੀਆਂ ਗੱਡੀਆਂ ਗਰਮ ਹੋ ਕੇ ਸੜ ਜਾਂਦੀਆਂ ਨੇ, ਅੱਗ ਲੱਗ ਜਾਂਦੀਆਂ ਨੇ। ਉਹਦੇ ਪਰਟੀਕੂਲਰਲੀ ਕਈ ਰੀਜ਼ਨਸ ਹੋ ਸਕਦੇ ਆ ਜੀ। ਸਭ ਤੋਂ ਪਹਿਲਾਂ ਜੀ ਗੱਲ ਕਰੀਏ ਆਪਾਂ ਡੀਜ਼ਲ ਗੱਡੀਆਂ ਦੀ। ਡੀਜ਼ਲ ਗੱਡੀ ਦੇ ਵਿੱਚ ਇੱਕ ਕੈਟਾਲਿਟਿਕ ਕਨਵਰਟਰ ਹੁੰਦਾ, ਮੋਸਟਲੀ ਸਾਰਿਆਂ 'ਚ ਹੀ ਹੁੰਦਾ। ਜੇ ਉਹ ਚੋਕ ਹੋ ਜਾਵੇ ਤਾਂ ਓਵਰਹੀਟ ਹੋ ਕੇ ਬਰਨ ਹੋ ਸਕਦਾ। ਉਹਦੇ ਨਾਲ ਜਿਹੜੀਆਂ ਕਿਸੇ ਵੀ ਗੱਡੀ ਦੇ ਇੰਜਨ ਦੇ ਕੰਪੋਨੈਂਟਸ ਨਾਲ ਜਿਹੜੀਆਂ ਵਾਇਰਿੰਗ ਹਾਰਨੈਸ ਜਾਂਦੀਆਂ ਹੋਣ, ਉਹ ਓਵਰਹੀਟ ਹੁੰਦੀਆਂ ਹੋਣ, ਕਿਸੇ ਇਹੋ ਜਿਹੇ ਕੰਪੋਨੈਂਟ ਨਾਲ ਟੱਚ ਹੋ ਕੇ ਉਹ ਹਾਦਸੇ ਦਾ ਸ਼ਿਕਾਰ ਬਣ ਸਕਦੇ। ਮਤਲਬ ਉਹਨੂੰ ਅੱਗ ਲੱਗ ਸਕਦੀ ਆ। ਅਤੇ ਉਹਦੇ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜਿਹੜੀ CNG ਵਹੀਕਲਸ ਨੇ, ਉਹਦੇ ਵਿੱਚ ਜਿਵੇਂ ਆਫਟਰ ਮਾਰਕੀਟ ਕਿੱਟ ਇੰਸਟਾਲ ਕਰ ਲੈਂਦੇ ਆ ਲੋਕ। ਜਿਵੇਂ ਮੰਨ ਲਓ ਫੋਰ ਐਗਜ਼ਾਮਪਲ ਇੱਕ 50,000 ਦੀ ਕਿੱਟ ਤੁਹਾਨੂੰ ਕੰਪਨੀ ਅਲਾਉ ਕਰ ਰਹੀ ਆ, ਉਹੀ ਤੁਹਾਨੂੰ 15,000 ਦੀ ਬਾਹਰ 15,000 ਦੀ ਬਾਹਰ ਮਿਲਦੀ ਆ। ਉਹਦੇ ਵਿੱਚ ਕੀ ਹੁੰਦਾ, ਦੇ ਡੋਂਟ ਹੈਵ ਐਕਚੁਅਲੀ ਟੂਲਸ। ਉਹਨਾਂ ਕੋਲ ਟੂਲਸ ਨਹੀਂ ਹੁੰਦੇ, ਇਕੁਇਪਮੈਂਟਸ ਨਹੀਂ ਹੁੰਦੀਆਂ ਅਤੇ ਪ੍ਰੋਪਰ ਕੁਆਲਿਟੀ ਨਹੀਂ ਹੁੰਦੀ ਉਸ ਮਟੀਰੀਅਲ ਦੀ ਜਿਹੜੀ ਉਹ ਯੂਜ਼ ਕਰਦੇ ਆ। ਉਹਦੀ ਕੋਈ ਵਾਰੰਟੀ ਨਹੀਂ ਹੁੰਦੀ। ਕੰਪਨੀ ਐਕਚੁਅਲੀ ਤੁਹਾਨੂੰ ਵਾਰੰਟੀ ਵੀ ਦਿੰਦੀ ਆ ਅਤੇ ਉਹ ਪੂਰਾ ਜ਼ਿੰਮੇਵਾਰੀ ਚੱਕਦੀ ਆ ਕਿ ਇਹਦੇ ਵਿੱਚ ਕੋਈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ।
ਤੇ ਜੇ ਗੱਲ ਕਰੀਏ ਆਪਾਂ ਅੱਗੇ ਹਾਈਬ੍ਰਿਡ ਵਹੀਕਲਸ ਦੀ ਜਾਂ ਕਹਿ ਲਓ ਇਲੈਕਟ੍ਰਿਕ ਵਹੀਕਲਸ, ਜਿਵੇਂ ਅੱਗੇ ਦੌਰ ਆ ਰਿਹਾ ਇਲੈਕਟ੍ਰਿਕ ਵਹੀਕਲਸ ਦਾ, ਉਹਦੇ ਨਾਲ ਕੀ ਹੁੰਦਾ, ਲੀਥੀਅਮ ਆਇਨਸ ਬੈਟਰੀ ਯੂਜ਼ ਕਰਦੇ ਆ। ਉਹ ਲੀਥੀਅਮ ਆਇਨਸ ਦੇ ਇਹੋ ਜਿਹੇ ਸੈੱਲਸ ਹੁੰਦੇ ਆ, ਉਹ ਬਹੁਤ ਹੀ ਜ਼ਿਆਦਾ ਜਲਦੀ ਫਲੇਮੇਬਲ ਹੁੰਦੇ ਆ। ਜਿਵੇਂ ਇੰਡਸਟਰੀਅਲ ਟੂਲਸ ਦੇ ਵਿੱਚ ਅੱਜ ਕੱਲ੍ਹ ਬੈਟਰੀ ਓਪਰੇਟਡ ਟੂਲਸ ਆਉਂਦੇ ਆ, ਉੱਥੇ ਵੀ ਲੀਥੀਅਮ ਆਇਨਸ ਯੂਜ਼ ਹੁੰਦਾ ਆ। ਉਹਦੇ ਨਾਲ ਕੀ ਹੁੰਦਾ, ਉਹ ਇਹੋ ਜਿਹਾ ਇੱਕ ਬੈਟਰੀ ਆ, ਜਿਵੇਂ ਤੁਹਾਨੂੰ ਦਿਖਾਉਣਾ ਚਾਹੂੰਗਾ, ਇਫ ਯੂ ਡੋਂਟ ਮਾਈਂਡ ਆਈ ਕੈਨ ਸ਼ੋ ਇਟ ਟੂ ਯੂ। ਜਿਵੇਂ ਇੰਡਸਟਰੀਅਲ ਟੂਲਸ ਨੇ ਜੀ ਅੱਜ ਕੱਲ੍ਹ, ਇਹ ਲੀਥੀਅਮ ਆਇਨ ਓਪਰੇਟਡ ਬੈਟਰੀ ਆ। ਇਹਨੂੰ ਜੇ ਇਹ ਡੈਮੇਜ ਹੋ ਗਈ, ਮੰਨ ਲਓ ਇੱਥੇ ਪਈ ਇਹਨੂੰ ਅੱਗ ਲੱਗ ਸਕਦੀ ਆ। ਇਹਦੇ ਵਿੱਚ ਕੀ ਹੁੰਦਾ, ਆਹ ਦੇਖ ਲਿਖਿਆ ਹੋਇਆ ਜੀ ਇੱਥੇ ਲੀਥੀਅਮ ਆਇਨ। ਹੁਣ ਇਸ ਚੀਜ਼ ਨੂੰ ਅਪਗ੍ਰੇਡ ਕਰਨ ਲਈ ਜਿਵੇਂ ਇਲੈਕਟ੍ਰਿਕ ਵਹੀਕਲਸ ਆਉਂਦੀਆਂ ਜਿਹੜੀਆਂ, ਲੀਥੀਅਮ ਫਾਸਫੇਟ ਵਹੀਕਲ ਯੂਜ਼ ਕਰਨ ਲੱਗ ਗਏ ਬੈਟਰੀਜ਼, ਉਹਦੇ ਨਾਲ ਇੱਦਾਂ ਦਾ ਕੁਝ ਨਹੀਂ ਹੁੰਦਾ। ਇਹ ਚੀਜ਼ਾਂ ਨੂੰ ਅਪਗ੍ਰੇਡ ਕਰ ਰਹੇ ਨੇ ਬਾਏ ਦ ਟਾਈਮ, ਐਂਡ ਜਿੰਨੀਆਂ ਵੀ ਆਟੋਮੋਟਿਵ ਇੰਡਸਟਰੀਜ਼ ਨੇ, ਜੇ ਉਹਨੂੰ ਡੈਮੇਜ ਹੋਊਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਲਓ ਉਹ 에ਅਰ ਨਾਲ ਕੰਟੈਕਟ ਜੇ ਕਰੂਗਾ, ਲੀਥੀਅਮ ਆਇਨ ਬੈਟਰੀਜ਼ ਦੀ ਗੱਲ ਕਰ ਰਹੇ ਹਾਂ ਆਪਾਂ, ਤਾਂ ਉਹ ਸ਼ਾਰਟ ਸਰਕਟ ਹੋ ਕੇ ਜਾਂ ਉਹਦਾ ਟੈਂਪਰੇਚਰ ਵੱਧ ਕੇ ਉਹ ਬੜੀ ਹੀ ਜਲਦੀ ਹੀਟ ਹੋ ਕੇ ਫਲੇਮ ਹੋ ਸਕਦੀਆਂ, ਅੱਗ ਲੱਗ ਸਕਦੀਆਂ। ਹੋ ਸਕਦਾ ਜੇ ਕਿਸੇ ਨੇ ਕਿਸੇ ਟੂਲ ਨੂੰ ਜਾਂ ਕੋਲ ਬੈਟਰੀ ਕੋਲ ਖੜਾ ਹੋਵੇ, ਉਹ ਇੰਨਾ ਫਲੇਮੇਬਲ ਹੋਵੇ ਕਿ ਬਹੁਤ ਵੱਡਾ ਧਮਾਕਾ ਵੀ ਹੋ ਸਕਦਾ, ਛੋਟਾ ਵੀ ਹੋ ਸਕਦਾ। ਬਾਕੀ ਗੱਲ ਕਰੀਏ ਜੇ ਇਹਦੇ ਤੋਂ ਇਲਾਵਾ ਹੋਰ ਕੋਈ ਰੀਜ਼ਨਸ ਹੋ ਸਕਦੇ ਆ ਗੱਡੀ ਨੂੰ ਅੱਗ ਲੱਗਣ ਦੇ, ਉਹ ਆ ਕਿ ਜੇ ਕਿਸੇ ਆਪਾਂ ਨੋ ਮੇਨਟੇਨੈਂਸ, ਆਈ ਵੁੱਡ ਨਾਟ ਸੇ ਲੋ ਮੇਨਟੇਨੈਂਸ, ਤੁਸੀਂ ਗੱਡੀ ਦੀ ਮੇਨਟੇਨੈਂਸ ਪ੍ਰੋਪਰਲੀ ਨਹੀਂ ਕਰਾਉਂਦੇ ਟਾਈਮ ਤੋਂ ਟਾਈਮ, ਜਿਹੜੀਆਂ ਕਿ ਰੈਪੂਟੇਡ ਕਿਸੇ ਸ਼ਾਪ 'ਚ ਜਾਂ ਕੰਪਨੀ 'ਚ ਨਹੀਂ ਜਾਂਦੇ ਜਿੱਥੇ, ਉਹਦੇ ਨਾਲ ਕੀ ਹੁੰਦਾ ਹੈ, ਜਿਹੜੇ ਲੋਕਾਂ ਨੂੰ ਨਹੀਂ ਐਕਸਪੀਰੀਅੰਸ ਹੁੰਦਾ, ਨਹੀਂ ਸਕਿਲਡ ਹੁੰਦੇ, ਜਿਵੇਂ ਫੋਰ ਐਗਜ਼ਾਮਪਲ ਇੱਕ ਇਲੈਕਟ੍ਰੀਕਲ ਦੀ ਗੱਲ ਕਰਦੇ ਹਾਂ ਆਪਾਂ, ਤਾਂ ਇਲੈਕਟ੍ਰੀਸ਼ੀਅਨ ਕੋਲ ਜੇ ਆਪਾਂ ਜਾਂਦੇ ਹਾਂ, ਜਿਹੜੀ ਵਾਇਰਿੰਗ ਹੁੰਦੀ ਆ, ਉਹ ਵਾਇਰਿੰਗ ਦੇ ਉੱਪਰ ਇੱਕ ਪ੍ਰੋਪਰ ਹਾਰਨੈਸ ਹੁੰਦੀ ਹੈ, ਜਿਹਨੂੰ ਕਹਿੰਦੇ ਆਪਾਂ ਪੋਲੀਯੂਰੀਥੀਨ ਜਾਂ ਫਿਰ ਪਲਾਸਟਿਕ ਦੀ। ਜੇ ਉਹ ਕਿਸੇ ਕੰਪੋਨੈਂਟ ਨਾਲ ਟੱਚ ਹੋ ਰਹੀ ਹੈ, ਮੰਨ ਲਓ ਉਹਨਾਂ ਨੇ ਰਿਮੂਵ ਕਰਤੀ, ਰਿਪੇਅਰ ਕਰਨ ਲਈ ਤੁਸੀਂ ਗੱਡੀ ਲੈ ਕੇ ਗਏ, ਉਹਨਾਂ ਨੇ ਰਿਮੂਵ ਕਰਤੀ, ਉਹ ਕਿਸੇ ਐਸੇ ਕੰਪੋਨੈਂਟ ਨਾਲ ਟੱਚ ਹੋ ਰਹੀ ਜਿਹੜੀ ਬਹੁਤ ਹੀ ਜ਼ਿਆਦਾ ਟੈਂਪਰੇਚਰ ਵਿੱਚ ਉੱਚਾ ਹੈ, ਤੁਸੀਂ ਨਾਰਮਲ ਆਪਣਾ ਕਹਿੰਦੇ ਬੇਅਰ ਹੈਂਡ ਉਹਨੂੰ ਨਹੀਂ ਲਾ ਸਕਦੇ, ਹੱਥ ਨਹੀਂ ਲਾ ਸਕਦੇ। ਉਹਦੇ ਨਾਲ ਕੀ ਹੁੰਦਾ, ਉਹ ਜਿਹੜੀ ਤਾਰ ਆ ਉਹ ਅੱਗ ਫੜ ਸਕਦੀ ਆ, ਉਹਦੇ ਨਾਲ ਦੇ ਹੋਰ ਜਿਹੜੇ ਕੰਪੋਨੈਂਟ ਆ ਉਹਨਾਂ ਨੂੰ ਵੀ ਡੈਮੇਜ ਕਰ ਸਕਦੀ ਆ। ਤੁਸੀਂ ਗੱਡੀ ਮੋਡੀਫਾਈ ਕਰਾ ਰਹੇ ਹੋ ਤਾਂ ਵੀ ਨੁਕਸਾਨ ਹੈ, ਤੁਸੀਂ ਕੁਝ ਪੈਸੇ ਬਚਾਉਣ ਲਈ ਕੋਈ ਲੋਕਲ ਰਿਪੇਅਰ ਸ਼ਾਪ ਤੇ ਜਾ ਰਹੇ ਹੋ ਤਾਂ ਵੀ ਨੁਕਸਾਨ ਹੈ। ਪੈਸੇ ਜੇ ਬਚਾਉਣ ਦੀ ਕੋਸ਼ਿਸ਼ ਕਰੋਗੇ, 20-25,000 ਬਚਾ ਲੋਗੇ ਤਾਂ ਲੱਖਾਂ ਦਾ ਨੁਕਸਾਨ ਹੋ ਸਕਦਾ। ਜੀ ਐਗਜ਼ੈਕਟਲੀ ਆਹੀ ਕਹਿਣਾ ਚਾਹੁੰਦਾ ਜੀ ਮੈਂ, ਬਿਲਕੁਲ। ਔਰ ਜੇਕਰ ਕੋਈ ਫਸ ਜਾਂਦਾ ਹੈ, ਹੁਣ ਜੇਕਰ ਗੱਡੀ 'ਚ ਅੱਗ ਲੱਗ ਗਈ, ਮੰਨੋ ਕੋਈ ਫਸ ਗਿਆ, ਕਿਉਂਕਿ ਅਕਸਰ ਜਿਹੜੇ ਲੋਕ ਬਚ ਜਾਂਦੇ ਨੇ ਉਹੀ ਕਹਿੰਦੇ ਨੇ ਕਿ ਅਸੀਂ ਫਸ ਗਏ ਔਰ ਕੰਡੀਸ਼ਨ ਇਦਾਂ ਦੀ ਹੋ ਗਈ ਸੀ ਕਿ ਕੁਝ ਸਮਝ ਹੀ ਨਹੀਂ ਆ ਰਿਹਾ ਸੀਗਾ ਕਿ ਕਿਹੜੀਆਂ ਚੀਜ਼ਾਂ ਗੱਡੀ ਦੇ ਵਿੱਚ ਮੌਜੂਦ ਹੋਣੀਆਂ ਚਾਹੀਦੀਆਂ ਕਿ ਜੇਕਰ ਅੱਗ ਲੱਗ ਵੀ ਜਾਏ ਤਾਂ ਬਚਾਅ ਕਿਸ ਤਰ੍ਹਾਂ ਹੋ ਸਕਦਾ। ਇਹਦੇ ਵਿੱਚ ਆਪਣਾ ਬਚਾਅ ਦੇਖੋ ਆਪਣੇ ਹੱਥ 'ਚ ਆ। ਜਿਵੇਂ ਦਿਸ ਅ ਫਰੇਜ਼ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਤੁਸੀਂ ਆਪਣਾ ਬਚਾਅ ਖੁਦ ਕਰ ਸਕਦੇ ਹੋ। ਜਿਵੇਂ ਕਿ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਐਡਵਾਂਸ ਟੈਕਨੋਲੋਜੀ ਆ ਗਈ ਹੈ, ਜਿਵੇਂ ਛੋਟੀ ਚੀਜ਼ ਦੇ ਵਿੱਚ, ਜਿਵੇਂ ਆਪਾਂ ਗੱਲ ਕਰੀਏ ਕੀ ਰਿੰਗਸ ਬੜੇ ਵਧੀਆ ਆਉਂਦੇ ਅੱਜ ਕੱਲ੍ਹ, ਉਹਨੂੰ ਕਹਿੰਦੇ ਮਲਟੀਪਰਪਸ ਕੀ ਰਿੰਗਸ, ਉਹਦੇ ਵਿੱਚ ਹੀ ਪਲਾਇਰ ਹੁੰਦਾ, ਉਹਦੇ ਵਿੱਚ ਹੀ ਸੀਜ਼ਰ ਹੁੰਦੀ ਹੈ, ਵਿੱਚ ਹੀ ਕਟਰ ਹੁੰਦਾ, ਤੁਸੀਂ ਆਪਣੀ ਗੱਡੀ ਦੇ ਵਿੱਚ ਰੱਖ ਸਕਦੇ ਹੋ। ਹੁਣ ਉਹ ਕਿੱਥੇ ਯੂਜ਼ ਆਊਗਾ, ਉਹ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਚਾਹੂੰਗਾ। ਜਿਵੇਂ ਮੰਨ ਲਓ ਰੱਬ ਨਾ ਕਰੇ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਅਤੇ ਤੁਸੀਂ ਸੀਟ ਬੈਲਟ ਲਗਾਈ ਹੋਈ ਆ, ਤੁਹਾਡੇ ਏਅਰਬੈਗਸ ਡਿਪਲੋਏ ਹੋ ਗਏ, ਪਰ ਏਅਰਬੈਗਸ ਡਿਪਲੋਏ ਹੋਣ ਤੋਂ ਬਾਅਦ ਤੁਹਾਡਾ ਜਿਹੜਾ ਬਕਲ ਆ ਸੀਟ ਬੈਲਟ ਦਾ ਉਹ ਨਹੀਂ ਖੁੱਲ ਰਿਹਾ, ਉਸ ਮੌਕੇ 'ਤੇ ਤੁਸੀਂ ਮਲਟੀਪਰਪਸ ਟੂਲ ਯੂਜ਼ ਕਰਕੇ ਪਲਾਇਰ ਜਾਂ ਸੀਜ਼ਰ ਨਾਲ ਤੁਸੀਂ ਬਾਹਰ ਨਿਕਲ ਸਕਦੇ ਹੋ। ਅਤੇ ਉਹਦੇ ਤੋਂ ਇਲਾਵਾ ਫਾਇਰ ਐਕਸਟਿੰਗੁਇਸ਼ਰ ਹੋਣਾ ਹਰ ਇੱਕ ਕੋਲ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਗਰਮੀ ਬਹੁਤ ਵੱਧ ਰਹੀ ਹੈ, ਕੋਈ ਵੀ ਰੀਜ਼ਨ ਆ ਸਕਦਾ ਤੁਹਾਡੀ ਗੱਡੀ ਨੂੰ ਡੈਮੇਜ ਹੋਣ ਦਾ। ਅਤੇ ਫਾਇਰ ਐਕਸਟਿੰਗੁਇਸ਼ਰ ਜਿਹਨੇ ਵੀ ਰੱਖਣਾ, ਮੇਰੀ ਇਹੀ ਸਲਾਹ ਰਹੂਗੀ ਉਹਨੂੰ ਕਿ ਹਮੇਸ਼ਾ ਟਾਈਮ ਟੂ ਟਾਈਮ ਚੈੱਕ ਕਰੇ ਕਿ ਉਹਦੀ ਐਕਸਪਾਇਰੀ ਡੇਟ ਕਦੋਂ ਆ, ਕਿਉਂਕਿ ਇਹ ਆਲ ਦ ਵੇ ਨਹੀਂ ਹੁੰਦਾ ਕਿ ਸਾਰੀ ਜ਼ਿੰਦਗੀ ਲਈ ਇੱਕ ਵਾਰ ਆਪਾਂ ਲੈ ਲਿਆ, ਇਹਨੂੰ ਟਾਈਮ ਟੂ ਟਾਈਮ ਚੇਂਜ ਕਰਨਾ ਪੈਂਦਾ, ਭਾਵੇਂ ਉਹ ਯੂਜ਼ ਕੀਤਾ ਆਪਾਂ ਜਾਂ ਨਹੀਂ ਕੀਤਾ। ਦੂਸਰਾ ਕੇਸ ਆਪਾਂ ਇਹ ਰੱਖ ਸਕਦੇ ਹਾਂ, ਜਿਵੇਂ ਤੁਸੀਂ ਐਸੀ ਥਾਂ 'ਤੇ ਕਿਤੇ ਫਸ ਗਏ ਹੋ ਜਿੱਥੇ ਤੁਹਾਨੂੰ ਕੋਈ ਥਰਡ ਪਰਸਨ ਦੀ ਹੈਲਪ ਨਹੀਂ ਮਿਲਦੀ, ਅਤੇ ਤੁਸੀਂ ਉੱਥੇ ਆਪਣੇ ਆਪ ਨੂੰ, ਬੋਡੀ ਨੂੰ ਡੀਹਾਈਡਰੇਟ ਨਾ ਹੋਵੇ, ਤਾਂ ਕਿ ਆਪਣੀ ਇੱਕ ਵਾਟਰ ਬੋਟਲ ਰੱਖ ਸਕਦੇ ਹੋ। ਅਤੇ ਉਹਦੇ ਤੋਂ ਇਲਾਵਾ ਜੀ ਫਸਟ ਏਡ ਕਿੱਟ ਰੱਖ ਸਕਦੇ ਹੋ ਤੁਸੀਂ। ਜੇ ਮੰਨ ਲਓ ਇਹੋ ਜਿਹੀ ਥਾਂ 'ਤੇ ਥਰਡ ਪਰਸਨ ਤੁਹਾਡੀ ਕੋਈ ਨਾ ਹੈਲਪ ਹੋਵੇ, ਤੁਸੀਂ ਤੁਰ ਕੇ ਜਾਣਾ ਕਿਤੇ ਅੱਗੇ, ਤਾਂ ਤੁਸੀਂ ਆਪਣੇ ਜਿਹੜੇ ਮਾੜੇ ਮੋਟੇ ਮਾਈਨਰ ਕੱਟਸ ਐਂਡ ਲੱਗੇ, ਤੁਸੀਂ ਉਹਨਾਂ ਨੂੰ ਆਪਣਾ ਦਵਾਈ ਮੱਲਮ ਪੱਟੀ ਕਰ ਸਕਦੇ ਹੋ। ਇਹਦੇ ਤੋਂ ਇਲਾਵਾ ਤੁਸੀਂ ਮੋਬਾਈਲ ਚਾਰਜਰ ਐਕਚੁਅਲੀ ਬਹੁਤ ਜ਼ਰੂਰੀ ਹੋ ਗਿਆ ਗੱਡੀ ਦੇ ਵਿੱਚ ਰੱਖਣਾ। ਮੰਨ ਲਓ ਤੁਹਾਡੀ ਐਕਸੀਡੈਂਟ ਹੋ ਗਿਆ, ਬਟ ਸਟਿਲ ਤੁਹਾਡੀ ਬੈਟਰੀ ਨੂੰ ਮਤਲਬ ਸਵਿੱਚ ਨੂੰ ਪਾਵਰ ਆ ਰਹੀ ਆ, ਤੁਸੀਂ ਬੈਟਰੀ ਆਪਣੇ ਫ਼ੋਨ ਦੀ ਚਾਰਜ ਰੱਖ ਸਕਦੇ ਹੋ। ਕਿਉਂਕਿ ਮੰਨ ਲਓ ਤੁਹਾਡੇ ਕੋਲ ਸਾਰਾ ਕੁਝ ਹੈਗਾ ਟੂਲਸ ਤੋਂ ਬਾਅਦ ਵੀ ਤੁਸੀਂ 2000 ਜਾਂ 1000 ਜਾਂ 500 ਕਿਲੋਮੀਟਰ ਦੂਰੋਂ ਜਿੱਥੇ ਕੋਈ ਘਰ ਨਹੀਂ ਗਾ, ਉੱਥੇ ਕੀ ਤੁਸੀਂ ਕਾਲ ਕਰ ਸਕਦੇ ਹੋ ਕਿਸੇ ਨੂੰ। ਜੇ ਤੁਹਾਡੀ ਬੈਟਰੀ ਡਾਊਨ ਹੋਊਗੀ ਫ਼ੋਨ ਦੀ, ਤੁਸੀਂ ਕਾਲ ਨਹੀਂ ਕਰ ਪਾਓਗੇ। ਇਹਦੇ ਕੀ ਤੁਹਾਨੂੰ ਚਾਰਜਰ ਰੱਖਣਾ ਵੀ ਬਹੁਤ ਜ਼ਰੂਰੀ ਹੈ। ਸੋ ਮੇਨ ਆਹੀ ਚੀਜ਼ਾਂ ਨੇ ਜਿਹੜੀਆਂ ਤੁਸੀਂ ਆਪਣੀ ਗੱਡੀ ਦੇ ਵਿੱਚ ਰੱਖ ਸਕਦੇ ਹੋ, ਆਪਣੇ ਆਪ ਨੂੰ ਅਤੇ ਆਪਣੀ ਗੱਡੀ ਨੂੰ ਕਿਸੇ ਵੀ ਹਾਦਸੇ ਤੋਂ ਬਚਾਉਣ ਲਈ। ਕੋਈ ਗੱਡੀ 'ਚ ਫਸ ਜਾਂਦਾ ਹੈ ਤਾਂ ਉਹਦਾ ਇਹ ਕਹਿਣਾ ਹੈ ਕਿ ਗੱਡੀ ਦੇ ਲੌਕ ਨਹੀਂ ਖੁੱਲਦੇ ਹੁੰਦੇ, ਸੈਂਟਰ ਲੌਕਿੰਗ ਹੋ ਜਾਂਦੀ ਹੈ, ਗੱਡੀ ਦਾ ਲੌਕ ਖੋਲ੍ਹਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ, ਖੁੱਲ੍ਹਦਾ ਹੀ ਨਹੀਂ ਹੈਗਾ। ਇਹਦਾ ਕੀ ਕਾਰਨ ਹੁੰਦਾ? ਇਹਦਾ ਕਾਰਨ ਵਾਇਰਿੰਗ ਡੈਮੇਜ ਹੋ ਸਕਦੀ ਹੈ ਜੀ। ਜਿਵੇਂ ਤੁਸੀਂ ਕਿਸੇ ਨੂੰ ਹਿੱਟ ਕੀਤਾ, ਉਹ ਉਸ ਪ੍ਰੋਪਰ
ਕਹਿ ਲਓ ਪੁਆਇੰਟ ਤੇ ਹਿੱਟ ਹੋਇਆ ਜਿੱਥੇ ਉਹ ਡੋਰ ਦੀ ਵਾਇਰਿੰਗ ਜਾਂਦੀ ਹੈ ਪ੍ਰੋਪਰਲੀ, ਉਹ ਵਾਇਰਿੰਗ ਡੈਮੇਜ ਹੋ ਗਈ ਜਾਂ ਸ਼ਾਰਟ ਹੋ ਗਈ, ਇਨ ਸ਼ਾਰਟ ਕਹਿ ਲਈ ਆਪਾਂ, ਉਹ ਫਿਰ ਉਹ ਨਹੀਂ ਖੁੱਲਦਾ ਜੀ ਮਕੈਨੀਕਲੀ। ਕਈ ਹੁਣ ਜਿੰਨੀਆਂ ਪੁਰਾਣੀਆਂ ਗੱਡੀਆਂ ਜਿਵੇਂ ਮਾਰੂਤੀ ਸੁਜ਼ੂਕੀ ਹੋ ਗਈ 800, ਇਹਨਾਂ ਦਾ ਖੁੱਲ੍ਹ ਜਾਂਦਾ। ਹੁਣ ਮੋਸਟਲੀ ਸਾਰੇ ਇਲੈਕਟ੍ਰੋਨਿਕਲੀ ਆਪਰੇਟਡ ਲੌਕਸ ਨੇ, ਇਹ ਨਹੀਂ ਖੁੱਲ੍ਹਦੇ। ਇਸ ਕੇਸ ਦੇ ਵਿੱਚ ਤੁਸੀਂ ਇੱਥੇ ਕਿਤੇ ਫਸ ਜਾਂਦੇ ਹੋ ਤਾਂ ਤੁਸੀਂ ਇੱਕ ਕੋਈ ਵੀ ਮੈਟਲ ਵਾਲੀ ਚੀਜ਼ ਰੱਖ ਸਕਦੇ ਹੋ, ਜਿਵੇਂ ਛੋਟਾ ਹੈਮਰ ਹੋ ਗਿਆ। ਅੱਜ ਬਹੁਤ ਵਧੀਆ, ਤੁਸੀਂ ਇੰਟਰਨੈਟ ਤੇ ਸਰਚ ਕਰੋਗੇ ਤੁਹਾਨੂੰ ਮਿਲ ਜਾਣਗੇ। ਤੁਸੀਂ Amazon ਤੇ ਜਾਓ, ਕਿਤੇ ਵੀ ਜਾ ਸਕਦੇ ਹੋ। ਤੁਹਾਨੂੰ ਮੈਟਲ ਵਾਲੀ ਚੀਜ਼ ਰੱਖਣੀ ਜ਼ਰੂਰੀ ਹੈ। ਉਹਦੇ ਨਾਲ ਕੀ ਹੈ, ਜੇ ਤੁਹਾਡਾ ਸੀਟ ਬੈਲਟ ਨਹੀਂ ਖੁੱਲ੍ਹਦੀ ਤੇ 에ਅਰਬੈਗਸ ਡਿਪਲੋਏ ਹੋ ਗਏ, ਡੋਰ ਵੀ ਨਹੀਂ ਖੁੱਲ੍ਹ ਰਿਹਾ, ਤੁਸੀਂ ਸ਼ੀਸ਼ਾ ਤੋੜ ਕੇ ਆਪਣੇ ਖੁਦ ਨੂੰ ਬਚਾ ਸਕਦੇ ਹੋ ਤਾਂ ਕਿ ਤੁਹਾਡੀ ਸਾਹ ਜਿਹੜਾ ਆਕਸੀਜਨ ਅੰਦਰ ਹੀ ਨਾ ਘੁੱਟ ਸਕੇ। ਇਹ ਗਰਮੀ ਕਰਕੇ ਜ਼ਿਆਦਾ ਕੇਸਿਸ ਵੱਧ ਰਹੇ ਇੱਦਾਂ ਦੇ, ਜਾਂ ਫਿਰ ਸਰਦੀਆਂ ਵਿੱਚ ਵੀ ਆਉਂਦੇ ਆ, ਜਾਂ ਗਰਮੀਆਂ ਦੇ ਵਿੱਚ ਹੀ ਟੈਂਪਰੇਚਰ ਵਧਣ ਕਾਰਨ ਮੇਨ ਰੀਜ਼ਨ ਹੈ? ਮੋਸਟਲੀ ਗਰਮੀਆਂ ਦੇ ਵਿੱਚ ਹੀ ਆਉਂਦੇ ਆ ਜੀ ਇਹੋ ਜਿਹੇ ਕੇਸਿਸ, ਕਿਉਂਕਿ ਟੈਂਪਰੇਚਰ ਬਹੁਤ ਵੱਧ ਜਾਂਦਾ ਹੈ। ਇਹਦੇ ਵਿੱਚ ਕੀ ਹੁੰਦਾ, ਜਦੋਂ ਤੁਹਾਡੀ ਗੱਡੀ ਦਾ ਟੈਂਪਰੇਚਰ ਮੋਸਟਲੀ 100 ਪਲੱਸ ਹੁੰਦਾ, 120 ਜਾਂ 150 ਡਿਗਰੀਜ਼ ਤੇ ਹੁੰਦਾ ਆ, ਤਾਂ ਉਹਦੇ ਨਾਲ ਕੀ ਹੁੰਦਾ, ਜਿਹੜੇ ਤੁਹਾਡੇ ਬਾਕੀ ਕੰਪੋਨੈਂਟਸ ਨੇ ਉਹ ਓਵਰਹੀਟ ਹੋਣੇ ਸ਼ੁਰੂ ਹੋ ਜਾਂਦੇ ਆ। ਮਤਲਬ ਜੇ ਉਹ ਪ੍ਰੋਪਰਲੀ ਵਰਕ ਨਾ ਕਰਦੇ ਹੋਣ ਤਾਂ ਓਨਲੀ ਇਨ ਦੈਟ ਕੇਸ। ਨਹੀਂ ਤਾਂ ਕਈ ਕੰਪੋਨੈਂਟਸ ਗੱਡੀ ਦੇ ਇੰਜਨ ਦੇ ਟੈਂਪਰੇਚਰ ਤੋਂ ਵੀ ਵੱਧ ਹੁੰਦੇ ਆ। ਜਿਵੇਂ ਇੰਜਨ ਦਾ ਟੈਂਪਰੇਚਰ ਕੁਛ ਹੋਰ ਆ ਬਟ ਕੈਟਾਲਿਟਿਕ ਕਨਵਰਟਰ ਟੈਂਪਰੇਚਰ ਕੁਛ ਹੋਰ ਆ, ਉਹ ਜ਼ਿਆਦਾ ਹੈ। ਇਹ ਚੀਜ਼ ਆ ਮੋਸਟਲੀ ਗਰਮੀਆਂ ਦੇ ਵਿੱਚ ਹੀ ਇਹੋ ਜਿਹੇ ਕੇਸਿਸ ਆਉਂਦੇ ਆ ਕਿ ਜਿਹੜੇ ਕਿ ਕਈ ਆਪਾਂ ਇਸ ਹਾਦਸੇ ਦਾ ਸ਼ਿਕਾਰ ਹੁੰਦੇ ਆ ਜੀ। ਤਾਂ ਸਭ ਤੋਂ ਪਹਿਲਾ ਸਵਾਲ ਮੈਂ ਇਹ ਪੁੱਛਣਾ ਚਾਹਾਂਗੀ, ਅੱਜਕੱਲ੍ਹ ਬਹੁਤ ਕਿੱਸੇ ਸਾਹਮਣੇ ਆ ਰਹੇ ਨੇ ਕਿ ਲਗਾਤਾਰ ਖੜੀ ਗੱਡੀਆਂ ਨੂੰ ਅੱਗ ਲੱਗ ਜਾਂਦੀ ਹੈ। ਖੜੀ ਗੱਡੀ ਨੂੰ ਅੱਗ ਲੱਗਣ ਦਾ ਕਾਰਨ ਕੀ ਹੈ? ਖੜੀ ਗੱਡੀ ਨੂੰ ਅੱਗ ਲੱਗਣ ਦਾ ਕਾਰਨ ਹੈਗਾ ਕਿ ਮੋਡੀਫਿਕੇਸ਼ਨ। ਅਸੀਂ ਫਿਊਲ ਚੇਂਜ ਕਰ ਲੈਂਦੇ ਹਾਂ ਨੋਰਮਲ ਗੱਡੀ ਦਾ, ਜੋ ਪੈਟਰੋਲ ਤੇ ਹੈਗੀ ਹੈ ਉਹਨੂੰ CNG ਤੇ ਕਰਵਾ ਲੈਂਦੇ ਆ। ਉਹਦੇ ਵਿੱਚ ਮੋਡੀਫਿਕੇਸ਼ਨ ਹੁੰਦੀ ਹੈ ਵਾਇਰਿੰਗ ਤੇ, ਫਿਊਲ ਲਾਈਨ ਤੇ, ਜਿਹਦੇ ਵਜ੍ਹਾ ਨਾਲ ਐਕਸਟਰਾ ਲੋਡ ਪੜਨ ਤੇ ਗੱਡੀ ਸੜ ਜਾਂਦੀ ਹੈ, ਜਾਂ ਸਪਾਰਕਿੰਗ ਹੋ ਕੇ ਅੱਗ ਲੱਗਦੀ ਹੈ, ਜਾਂ ਫਿਊਲ ਲੀਕੇਜ ਦੀ ਵਜ੍ਹਾ ਨਾਲ ਅੱਗ ਲੱਗਦੀ ਹੈ ਗੱਡੀ ਵਿੱਚ। ਤੇ ਫਿਰ ਮਤਲਬ ਜੋ ਲੋਕ ਗੱਡੀ ਮੋਡੀਫਾਈ ਕਰਾ ਲੈਂਦੇ ਕਿਉਂਕਿ ਪੈਟਰੋਲ ਔਰ ਡੀਜ਼ਲ ਦੀ ਕੀਮਤਾਂ ਵੱਧ ਰਹੀਆਂ ਤਾਂ CNG ਵੱਲ ਨੂੰ ਝੁਕਾਅ ਵੱਧ ਰਿਹਾ ਲੋਕਾਂ ਦਾ ਕਿ CNG ਵੱਲ ਵੱਧ ਰਿਹਾ, ਤੁਹਾਨੂੰ ਲੱਗਦਾ ਕਿ ਇਹਨੂੰ ਫਿਰ ਬੰਦ ਕਰ ਦੇਣਾ ਚਾਹੀਦਾ, ਨਹੀਂ ਤਾਂ ਜਾਨ ਤੇ ਖਤਰਾ ਬਰਕਰਾਰ ਹੈ? रखनी चाहिए है। एक तो CNG मॉडल नॉर्मल मैन्युफैक्चर बना के दे रहा है, वो सेफ्टी ਦੇ ਨਾਲ ਬਣਾ ਕੇ ਦੇ ਰਿਹਾ ਹੈ। ਬਟ ਆਫਟਰ ਮਾਰਕੀਟ ਅਸੀਂ ਮੋਡੀਫਾਈ ਕਰਾਉਂਦੇ ਹਾਂ, ਉਹਦੇ ਵਿੱਚ ਕੁਝ ਕੰਪਨੀਆਂ ਸੇਫਟੀ ਨਹੀਂ ਰੱਖਦੀ, ਕੁਝ ਸੇਫਟੀ ਰੱਖਦੀ ਹੈ, ਤਾਂ ਇਸ ਵਜ੍ਹਾ ਨਾਲ ਕਿੱਸੇ ਵੱਧਦੇ ਨੇ। ਮਤਲਬ ਜਿਹੜੀ ਗੱਡੀ ਜਿਸ ਕੰਮ ਲਈ ਬਣਾਈ ਜਾ ਰਹੀ ਉਹਦਾ ਉਪਯੋਗ ਨਹੀਂ ਹੋ ਰਿਹਾ, ਚੇਂਜ ਕਰ ਦਿੰਦੇ ਹੋ ਤਾਂ ਤੁਸੀਂ ਆਪਣੀ ਜਾਨ ਨੂੰ ਖਤਰਾ ਆਪ ਬੁਲਾਵਾ ਦੇ ਰਹੇ ਹੋ। ਹਾਂਜੀ ਹਾਂਜੀ ਬਿਲਕੁਲ। ਕਈ ਲੋਕੀ ਕਈ ਵਾਰੀ ਜਿਵੇਂ ਮਿਊਜ਼ਿਕ ਸਿਸਟਮ ਚੇਂਜ ਕਰ ਲੈਂਦੇ ਆ ਜਾਂ ਕੁਝ ਇਲੈਕਟ੍ਰੀਕਲੀ ਉਹ ਚੇਂਜ ਕਰ ਲੈਂਦੇ ਆ, ਜਿਹਦੇ ਨਾਲ ਵਾਇਰਿੰਗ ਤੇ ਬੜਾ ਇੰਪੈਕਟ ਪੈਂਦਾ ਹੈ। ਜਿਹੜੀ ਵਾਇਰ ਜਿੰਨੇ ਇੰਪੇਅਰਲੀ ਬਣੀ ਹੈ, ਜਿੰਨੀ ਹੀਟ ਅਬਜ਼ਰਵ ਕਰ ਸਕਦੀ ਹੈ, ਉਹ ਚੇਂਜ ਕਰ ਦਿੰਦੇ। ਉਹ ਲੋਡ ਜ਼ਿਆਦਾ ਪੈਣ ਕਰਕੇ ਵੀ ਵਾਇਰਿੰਗ ਮਤਲਬ ਅੱਗ ਲੱਗਣ ਦਾ ਖਤਰਾ ਪੈਦਾ ਹੋ ਜਾਂਦਾ ਹੈ, ਹੀਟ ਪੈਦਾ ਹੋ ਜਾਂਦੀ ਹੈ, ਉਸ ਲੋਡ ਜ਼ਿਆਦਾ ਪੈਦਾ ਹੋ ਜਾਂਦਾ ਹੈ, ਜਿਹਦੇ ਕਰਕੇ ਕਈ ਲਾਈਟ ਚੇਂਜ ਕਰ ਲੈਂਦੇ। ਕਈ ਮਤਲਬ ਵਾਇਰਿੰਗ ਖੁਦ ਹੀ ਮਤਲਬ ਜਿਹੜੇ ਕਸਟਮਰ ਮਤਲਬ ਆਪਣੀ ਇਹ ਮੋਡੀਫਿਕੇਸ਼ਨਸ ਕਰਾਉਂਦੇ ਆ ਅਨਆਥੋਰਾਈਜ਼ਡ, ਉਹ ਨਹੀਂ ਕਰਾਉਣੀ ਚਾਹੀਦੀ ਬੇਸਿਕਲੀ। ਮੋਡੀਫਿਕੇਸ਼ਨ ਖਤਰਨਾਕ ਹੈ। ਖਤਰਨਾਕ। ਤਾਂ ਲਗਾਤਾਰ ਗੱਡੀਆਂ ਨੂੰ ਅੱਗ ਲੱਗਣ ਦੇ ਕਿੱਸੇ ਸਾਹਮਣੇ ਆ ਰਹੇ ਨੇ, ਤਾਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਗੱਡੀਆਂ ਨੂੰ ਅੱਗ ਕਿਉਂ ਲੱਗ ਰਹੀ है? गाड़ियों में आग इसलिए लग रही है क्योंकि हम उसका फ्यूल मॉडिफाई करा रहे हैं। जो गाड़ी पेट्रोल मॉडल बनाई है कंपनी ने, उसको अगर हम चेंज करेंगे तो उसमें एक्स्ट्रा बर्डन पड़ेगा, क्योंकि इंजन का डिज़ाइन, सस्पेंशन का डिज़ाइन सारा पेट्रोल के लिए डिज़ाइन किया गया मैन्युफैक्चर के द्वारा। बट आफ्टर मार्केट हम सस्ता देखने की वजह से अपनी कॉस्ट कम करने के लिए, रनिंग कॉस्ट को, हम क्या करते हैं CNG ऐड करवा ली। सबसे पहले सस्पेंशन पे बर्डन आ गया रियर, उसके बाद आगे फ्यूल लाइन गई, वो अपनी CNG की लाइन फ्यूल लाइन को डिस्टर्ब कर रही है रूटिंग को, साथ में वायरिंग ऐड होगी। जो वायरिंग हमारी इंजन की या मेन वायरिंग है उसमें एक्स्ट्रा बर्डन पड़ गया। जो 5 एम्पेयर 12 एम्पेयर की वायरिंग है उसके ऊपर एक्स्ट्रा लोड पड़ेगा, वो हीटअप होएगी, लूज कनेक्शन रह गया, स्पार्किंग होएगी, उसकी वजह से आपका फायर केस बढ़ सकता है, कभी भी आग लग सकती है। दूसरा जो इंजन का डिज़ाइन है पेट्रोल के लिए है, जो उसका हेड है, वाल है, पिस्टन है, पेट्रोल इंजन के लिए है। जब CNG बर्न होएगी, कम्बशन होगा CNG का, एक्स्ट्रा हीट क्रिएट करेगा वो, उस टाइम पे भी इंजन की आपकी लाइफ कम रहेगी। और दूसरा जो फिटिंग करा रहे हैं, फिटिंग कराने की वजह से कहीं ना कहीं रूटिंग में या पार्ट्स में कहीं ना कहीं कॉम्प्रोमाइज़ कर लेते हैं फिटर्स भी, जिसकी वजह के साथ आग लगने के केस बढ़ते हैं। तो सेफ नहीं है गाड़ी को मॉडिफाई कराना, वो सेफ नहीं है। जैसे फायर केस होगा गाड़ी के अंदर, आप सेंटर लॉकिंग लगी होती है मोस्टली, जैसे इलेक्ट्रिकल फायर होगा तो बैटरी शॉर्ट हो जाएगी, वहाँ पे करंट नहीं पहुँचेगा। सेंटर अगर लॉक है गाड़ी, लॉक कंडीशन में, तो आप ओपन भी नहीं कर पाएंगे। उसके लिए आपको सेफ्टी टूल भी साथ में रखना पड़ेगा।
अगर सपोज गाड़ी में आग लग जाती है, गाड़ी में 3 या 4 लोग सवार हैं, इमीडिएटली क्या करना चाहिए कि हम गाड़ी में आग लगी, आग को बुझा तो नहीं सकते, बट बाहर कैसे सबसे निकले? पहले बाहर आना चाहिए, जो अपने डोर्स को ओपन करने की कोशिश करनी चाहिए। अगर डोर्स ओपन नहीं होते तो सेफ्टी टूल वगैरह कोई रखें जिससे ग्लास वगैरह ब्रेक करके हम गाड़ी से बाहर आएँ, अपनी जान पहले बचाएं। कौन से टूल्स हैं जो गाड़ी में हर वक्त मौजूद होने चाहिए? सेफ्टी ग्लास ब्रेकर टूल होता है एक, सीट बेल्ट कटर, ग्लास ब्रेकर, 3-in-1 टूल आता है एक, वो आप अमेजोन से या अपने मैन्युफैक्चरर की एसेसरी से कहीं से भी परचेज कर सकते हैं, जिससे हम ग्लास को ब्रेक करके इमीडिएटली अपनी जान बचा सकते हैं बाहर आके। प्रिवेंशन क्या है? गाड़ियों में आग ना लगे, इसको कैसे प्रिवेंट किया जा सकता प्रिवेंट करने के लिए मेन यही है, आप CNG मॉडल कंपनी फिटेड ही लें, मॉडिफिकेशन नहीं होगी तो आपको आपकी जान बचेगी, आग नहीं लगेगी। और दूसरा, जैसे कंपनी फिटेड गाड़ी में सेफ्टी के लिए सीज फायर का सिलेंडर भी रहता है, अगर आपने बाहर से लगा रखी है तो आप सीज फायर का सिलेंडर, सेफ्टी टूल्स वगैरह अपने साथ में हैंडल करें ताकि आप अपनी जान बचा सकें। तो ਜਿਹੜੇ ਲੋਕ ਹੁੰਦੇ ਨੇ ਗੱਡੀਆਂ ਦੇ ਵਿੱਚ ਜੇ ਅੱਗ ਲੱਗ ਜਾਂਦੀ ਹੈ, ਜ਼ਿੰਦਾ ਸੜ ਜਾਂਦੇ ਨੇ, ਕਈ ਜਿਹੜੇ ਬਚ ਜਾਂਦੇ ਨੇ ਉਹ ਕਹਿੰਦੇ ਨੇ ਕਿ ਜਦੋਂ ਅੱਗ ਲੱਗਦੀ ਹੈ ਤਾਂ ਗੱਡੀ ਬੰਦ ਹੋ ਗਈ, ਬੜੀ ਕੋਸ਼ਿਸ਼ ਕੀਤੀ ਉਹਨੂੰ ਖੋਲ੍ਹਣ ਦੀ ਬਟ ਗੱਡੀ ਖੁੱਲੀ ਨਹੀਂ, ਇਹ ਕਿਉਂ ਹੁੰਦਾ ਹੈ? ये मैम बेसिकली है, जो वायरिंग आपकी आग पकड़ लेती है, आगे करंट पास नहीं होता। जो सेंटर लॉकिंग है हमारा इलेक्ट्रॉनिक है, उसमें हम जब कमांड देंगे, बटन दबाएंगे तो करंट आना चाहिए, तभी लॉक अनलॉक करेगी। उसी वजह के साथ वो गाड़ी खुलती नहीं है, लॉक कंडीशन में ही स्टक हो जाती है। तो लॉक कंडीशन में स्टक हो जाती है। हाँ जी, तो हाँ जी। फिर सिर्फ एक ही उपाय है कि अपने पास कोई सेफ्टी टूल्स रखो। या तो सेफ्टी टूल रखो या फिर गाड़ी को अनलॉक पोजीशन पे आप ड्राइव करो। अच्छा, CNG को अगर हम गाड़ी में CNG डलवा लेते हैं, मॉडिफाई करते हैं, तो एक तो खतरा ये हो गया कि आग लग सकती है गाड़ी में, इसके अलावा कोई खतरा है? इसके अलावा आपका सस्पेंशन पे बर्डन है, इंजन जल्दी वेयर एंड टियर होएगा आपका, क्योंकि वो डिज़ाइन ही पेट्रोल इंजन के लिए है। उसकी इंजन की लाइफ कम होनी है, सस्पेंशन की लाइफ कम होनी है बेसिकली। ਸੋ ਅਸੀਂ ਤੁਹਾਨੂੰ ਦੱਸਿਆ ਕਿ ਲਗਾਤਾਰ ਤੁਸੀਂ ਵੀ ਕਿੱਸੇ ਸੁਣੇ ਹੋਣਗੇ, ਲਗਾਤਾਰ ਸਾਹਮਣੇ ਆ ਰਹੇ ਨੇ ਦੇਸ਼ ਭਰ 'ਚੋਂ, ਨਾ ਕਿ ਸਿਰਫ ਪੰਜਾਬ 'ਚੋਂ, ਕਿ ਖੜੀ ਗੱਡੀਆਂ ਨੂੰ ਅੱਗ ਲੱਗ ਜਾਂਦੀ ਹੈ। ਅਜਿਹਾ ਕਿਉਂ ਹੁੰਦਾ ਹੈ ਤੁਹਾਨੂੰ ਦੱਸਿਆ। ਜੇਕਰ ਤੁਸੀਂ ਗੱਡੀ ਮੋਡੀਫਾਈ ਕਰਾਉਂਦੇ ਹੋ, ਜੇਕਰ ਤੁਹਾਡੀ ਗੱਡੀ ਪੈਟਰੋਲ ਜਾਂ ਡੀਜ਼ਲ ਦੀ ਬਣੀ ਹੋਈ ਹੈ, ਤੁਸੀਂ ਉਸ ਨੂੰ ਮੋਡੀਫਾਈ ਕਰਾ ਕੇ CNG ਗੱਡੀ ਬਣਾ ਲੈਂਦੇ ਹੋ, ਤਾਂ ਸੁਭਾਵਿਕ ਹੈ ਕਿ ਜੇ ਗੱਡੀ ਦੇ ਨਾਲ ਕੁਝ ਵੀ ਚੇਂਜ ਕਰੋਗੇ ਤਾਂ ਉਹਦਾ ਰਿਜ਼ਲਟ ਤੁਹਾਨੂੰ ਮਿਲੇਗਾ। ਔਰ ਰਿਜ਼ਲਟ ਦੇ ਵਿੱਚ ਲਗਾਤਾਰ ਅੱਗ ਲੱਗ ਰਹੀ ਹੈ। ਜੇ ਕਿੱਸੇ ਸਾਹਮਣੇ ਆ ਰਹੇ ਨੇ, ਖੜੀ ਗੱਡੀਆਂ ਨੂੰ ਅੱਗ ਲੱਗ ਜਾਂਦੀ ਹੈ, ਉਸ ਤੋਂ ਬਾਅਦ ਲੋਕ ਜ਼ਿੰਦਾ ਹੀ ਸੜ ਜਾਂਦੇ ਨੇ। ਔਰ ਇੰਨੇ ਭਿਆਨਕ ਕਿ ਕਈ ਵਾਰ ਉਹਨਾਂ ਦੀਆਂ ਲਾਸ਼ਾਂ ਸੀਟਾਂ ਦੇ ਨਾਲ ਚਿਪਕੀਆਂ ਰਹਿ ਜਾਂਦੀਆਂ ਨੇ। ਭਿਆਨਕ ਮੰਜ਼ਰ ਕਿਤੇ ਹੋਰ ਨਾ ਵਾਪਰ ਜਾਏ, ਕਿਤੇ ਤੁਹਾਡੇ ਨਾਲ ਨਾ ਵਾਪਰ ਜਾਏ। ਤਾਂ ਇਹ ਇੰਟਰਵਿਊ ਤੁਹਾਨੂੰ ਜਾਗਰੂਕ ਕਰਨ ਦੀ ਉਮੀਦ ਹੈ ਤੁਹਾਨੂੰ ਇਹ ਰਿਪੋਰਟ ਪਸੰਦ ਆਈ ਹੋਵੇਗੀ। ਕੈਮਰਾ ਪਰਸਨ ਹਰਦੀਪ ਦੇ ਨਾਲ ਜਸਨੂਰ ਤਮਨ, ਡੇਲੀ ਪੋਸਟ ਪੰਜਾਬੀ।